श्री नानक पद पंकज बंदन पद पंकज बंदना सिमरो अंगद दोख निकंदना अमरदास गुर हृदय त्यागो हृदय त्यागो श्री गुरु रामदास गुण गावो श्री अर्जन विघ्नन के नाशक विघ्नन के नाशक हरि गोबिंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी तेग बहादुर परम कृपाला परम कृपाला श्री गुरु गोबिंद सिंह विसाला तरों तरा पर पुन पुन सीसा पुन पुन सीसा बंदों बार बार जगदीसा जिसमें अमृत ज्ञान है मानक भगत बैराग श्री गुरु ग्रंथ साहिब उदद बंदों कर अनुराग एक अंकारा सतगुरु तेह प्रसाद सत होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए जुगो जुग अटल साहिब श्री गुरु ग्रंथ साहिब जी महाराज जी की पावन पवित्र हजूरी अंदर जुड़ मिल बैठे सत्कारयोग सत्संगी जनों साहिबां नूं सीस झुकाउंदे हैं फतेह प्रवान करो आखो जी वाहिगुरू जी का खालसा वाहिगुरू जी की फतेह। पिछले कुछ दिनों तो असी श्री गुरु प्रताप सूरज ग्रंथ के विचों श्री गुरु नानक प्रकाश के पूर्व रात के अध्याय 9वें की कथा का प्रसंग जो असी आरंभ किया सी पिछले दीवाना दे विच असी इत्थों तक विचार श्रवण कर चुके हाँ कि पातशाह जी अते उन्हां पंडितां ते ब्राह्मणां दे विचकार जो गुरु साहिब जी दे नाल विचार चर्चा चल रही है सतगुरु जी उन्हां सारियां विचारधारां दा खंडन करते हुए गुरमत दा पक्ष उन्हां दे सामने रखते हैं क्योंकि जिहड़े भी नगर के लोग इकट्ठे हुए ने सके संबंधी इकट्ठे हुए ने सारिਆਂ ਦਾ जोर लगा होया है कि किसी न किसी तरीके दे नाल ये बालक जनेऊ पहन लवे अंदर खाते सारिਆਂ ਦੇ मन ਦੇ ਵਿੱਚ ਪਾਤਸ਼ਾਹ जी ਦੇ ਵਿਚਾਰਾਂ ਦੇ ਨਾਲ सहमति भी है पर अपनी इज्जत बचाउण ਦੀ खातर अपनी पत रखण ਦੀ खातर सारे पंडित वेदां दे ज्ञाता यही बार बार पातशाह जी नूं आखदे ने भी एक बार जनेऊ धारण कर लवो बाद विच जिवें आप जी की इच्छा होवेगी उसे अनुसार आप जी कर लेना। पर पातशाह जी फिर उन्होंने समझाउणा करते हैं कि हे भाई हे पंडित
ਤੂੰ 4 ਕੋਡੀਆਂ ਦਾ ਕਹਿੰਦੇ ਧਾਗਾ ਖਰੀਦ ਕੇ ਲਿਆਉਂਦਾ ਹੈ ਤੇ ਫਿਰ ਵਿਹੜੇ ਦੇ ਵਿੱਚ ਬੈਠ ਕੇ ਵੱਟ ਕੇ ਮਨੁੱਖ ਦੇ ਗਲ ਦੇ ਵਿੱਚ ਪਾ ਕੇ ਕੰਨ ਦੇ ਵਿੱਚ ਇੱਕ ਸਿੱਖਿਆ ਦਿੰਦਾ ਹੈ ਕਿ ਅੱਜ ਤੋਂ ਤੇਰਾ ਧਾਰਮਿਕ ਗੁਰੂ ਬ੍ਰਾਹਮਣ ਹੈ। ਇਹ ਸਿੱਖਿਆ ਉਸ ਦੇ ਕੰਨਾਂ ਦੇ ਵਿੱਚ ਦਿੰਦਾ ਹੈ। ਕਹਿੰਦੇ ਪਰ ਜਦੋਂ ਉਹ ਮਨੁੱਖ ਮਰ ਜਾਂਦਾ ਹੈ, ਇਹ ਜਨੇਊ ਉਸ ਦੇ ਨਾਲ ਹੀ ਇੱਥੇ ਡਿੱਗ ਜਾਂਦਾ ਹੈ। ਭਾਵ ਉਸ ਦੇ ਜਦੋਂ ਸੰਸਕਾਰ ਕੀਤਾ ਜਾਂਦਾ ਤਾਂ ਇਹ ਜਨੇਊ ਵੀ ਸੜ ਕੇ ਸਵਾਹ ਹੋ ਜਾਂਦਾ ਤੇ ਆਤਮਾ ਕਹਿੰਦੇ ਬਿਨਾਂ ਇਸ ਜਨੇਊ ਤੋਂ ਹੀ ਚਲੇ ਜਾਂਦੀ, ਕਿਉਂਕਿ ਪਾਤਸ਼ਾਹ ਜੀ ਨੂੰ ਇਹ ਆਖਿਆ ਗਿਆ ਸੀ ਕਿ ਜਨੇਊ ਪਹਿਨਣ ਦੇ ਨਾਲ ਅਵਸਥਾ ਉੱਚੀ ਹੁੰਦੀ ਹੈ। ਪਰ ਪਾਤਸ਼ਾਹ ਜੀ ਨੇ ਫਿਰ ਆਪਣਾ ਪੱਖ ਰੱਖਿਆ ਵੀ ਬਹੁਤੇ ਇਹੋ ਜਿਹੇ ਲੋਕ ਵੀ ਦੇਖੇ ਨੇ ਜਿਹੜੇ ਜਨੇਊ ਪਹਿਨ ਕੇ ਲੋਕਾਂ ਦੇ ਨਾਲ ਠੱਗੀਆਂ ਕਰਦੇ ਨੇ, ਲੋਕਾਂ ਦਾ ਹੱਕ ਮਾਰਦੇ ਨੇ, ਵਿਵਚਾਰ ਕਰਦੇ ਨੇ ਤੇ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਜੀਵਨ ਨਿਰਵਾਹ ਕਰਦਿਆਂ ਆਪਣਾ ਨਰਕਾਂ ਭਰਿਆ ਜੀਵਨ ਜਿਹੜਾ ਨੇ ਉਹ ਗੁਜ਼ਾਰਦੇ ਨੇ। ਤੇ ਪਾਤਸ਼ਾਹ ਜੀ ਫਿਰ ਸਮਝਾਉਣਾ ਕਰਦੇ ਨੇ ਕਿ ਇਸ ਤਰ੍ਹਾਂ ਤਾਂ ਮਨੁੱਖ ਜਿਉਂਦੇ ਜੀ ਨਰਕਾਂ ਦਾ ਭਾਗੀ ਬਣਿਆ ਪਿਆ ਹੈ ਤੇ ਬਾਅਦ ਦੇ ਵਿੱਚ ਕਿਸ ਤਰ੍ਹਾਂ ਉਹ ਪਰਲੋਕ ਦੇ ਵਿੱਚ ਇਹ ਜਨੇਊ ਸਹਾਈ ਹੋਵੇਗਾ। ਫਿਰ ਪਾਤਸ਼ਾਹ ਜੀ ਇਸੇ ਤਰ੍ਹਾਂ ਵਿਚਾਰ ਚਰਚਾ ਕਰਦੇ ਹੋਏ ਸਾਰੇ ਨਗਰ ਦੇ ਲੋਕ ਉਹਨਾਂ ਨੂੰ ਵਾਰ-ਵਾਰ ਸਮਝਾਉਣਾ ਕਰਦੇ ਨੇ, ਦੇਵਤਿਆਂ ਦੀਆਂ ਉਦਾਹਰਨਾਂ ਦੇ ਕੇ ਸਮਝਾਉਣਾ ਕਰਦੇ ਨੇ ਕਿ ਬ੍ਰਹਮਾ ਨੇ ਵੀ ਆਪਣੇ ਸਰੀਰ ਦੇ ਉੱਤੇ ਇਹ ਜਨੇਊ ਧਾਰਨ ਕੀਤਾ ਸੀ, ਉਸ ਦੇ ਪੁੱਤਰਾਂ ਨੇ ਵੀ ਜਨੇਊ ਪਹਿਨਿਆ ਸੀ। ਤੇ ਇਸੇ ਤਰ੍ਹਾਂ ਵਿਚਾਰ ਚਰਚਾ ਕਰਦੇ ਕਰਦੇ ਸਾਰੀ ਪਾਤਸ਼ਾਹ ਜੀ ਉਹਨਾਂ ਦੇ ਵਿਚਾਰਾਂ ਦਾ ਖੰਡਨ ਵੀ ਕਰਦੇ ਨੇ, ਨਾਲ ਨਾਲ ਉਹਨਾਂ ਦੇ ਸਵਾਲਾਂ ਦਾ ਜਵਾਬ ਵੀ ਦਿੰਦੇ ਨੇ। ਪਰ ਲੋਕ ਆਖਦੇ ਨੇ ਵੀ ਜਿਹੜਾ ਵੀ ਇਹ ਜਨੇਊ ਪਹਿਨਦਾ ਹੈ ਨਾ, ਉਸ ਦੀ ਜਿਹੜੀ ਕੁੱਲ ਹੈ ਉਹ ਪਵਿੱਤਰ ਹੋ ਜਾਂਦੀ, ਉਹ ਮਨੁੱਖ ਵੀ ਪਵਿੱਤਰ ਹੋ ਜਾਂਦਾ ਤੇ ਜਾਤ ਪਾਤ ਤੋਂ ਨਿਰਾਲੇ ਰਹਿੰਦੇ ਨੇ ਕਹਿੰਦੇ ਆਪਣੀ ਕੁੱਲ ਦੇ ਵਿੱਚ। ਇੱਥੋਂ ਤੱਕ ਦੇ ਵਿਚਾਰ ਅਸੀਂ ਪਿਛਲੇ ਦੀਵਾਨਾਂ ਦੇ ਵਿੱਚ ਸਰਵਣ ਕਰ ਚੁੱਕੇ ਹਾਂ। ਆਓ ਅਗਲੇਰਾ ਪ੍ਰਸੰਗ ਆਰੰਭ ਕਰਨ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੀਸ ਝੁਕਾਉਂਦਿਆਂ ਹੋਇਆਂ ਆਪਣੀ ਰਸਨਾ ਤੋਂ ਉਚਾਰਨ ਕਰੀਏ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਚੌਪਈ ਨਰ ਸੰਪੂਰਨ ਅਰ ਪਰਵਾਰੂ, ਹਰਖੈ ਉਰ ਕਰ ਰਹੋ ਕਰ ਤਾਰੂ। ਤੇ ਸਾਰੇ ਲੋਕ ਪਾਤਸ਼ਾਹ ਜੀ ਨੂੰ ਆਖਦੇ ਨੇ ਕਿ ਜਿਹੜੇ ਵੀ ਇੱਥੇ ਲੋਕ ਇਕੱਠੇ ਹੋਏ ਨੇ, ਪਰਿਵਾਰ ਤੁਹਾਡਾ ਇਕੱਠਾ ਹੋਇਆ, ਕਹਿੰਦੇ ਤੁਹਾਡੇ ਗਲ ਦੇ ਵਿੱਚ ਜਦੋਂ ਜਨੇਊ ਪੈ ਜਾਵੇਗਾ, ਜਦੋਂ ਤੁਸੀਂ ਜਨੇਊ ਧਾਰਨ ਕਰ ਲਵੋਗੇ ਨਾ, ਇਹ ਸਾਰੇ ਬਹੁਤ ਪ੍ਰਸੰਨ ਹੋਣਗੇ, ਸਾਰੇ ਬਹੁਤ ਖੁਸ਼ ਹੋਣਗੇ। ਤੇ ਬਾਰ-ਬਾਰ ਪਾਤਸ਼ਾਹ ਜੀ ਨੂੰ ਜਨੇਊ ਪਹਿਨਣ ਦੇ ਲਈ ਆਖਦੇ ਨੇ, ਨਾ ਤੁਰ ਸਭ ਕੋ ਬਦਿਓ ਹੁਲਾਸਾ, ਮਿਟ ਜੇ ਹੈ ਮਨ ਹੋਏ ਉਦਾਸਾ। ਕਹਿੰਦੇ ਜੇਕਰ ਤੁਸੀਂ ਜਨੇਊ ਨਹੀਂ ਪਹਿਨਦੇ ਤਾਂ ਇਸ ਦੇ ਨਾਲ ਜਿਹੜਾ ਸਾਰਿਆਂ ਦੇ ਜੀਵਨ ਦੇ ਵਿੱਚ ਖੇੜਾ ਆਇਆ ਹੋਇਆ ਹੈ ਅਤੇ ਹੁਲਾਸ ਵਧਿਆ ਹੈ, ਸਾਰੇ ਖੁਸ਼ੀ ਮਨਾ ਰਹੇ ਨੇ, ਖੁਸ਼ੀ ਦੇ ਮੌਕੇ ਦੇ ਉੱਤੇ ਇਕੱਠੇ ਹੋਏ ਨੇ। ਕਹਿੰਦੇ ਸਾਰਿਆਂ ਦਾ ਜਿਹੜਾ ਇਹ ਖੁਸ਼ੀ ਦਾ ਜਿਹੜਾ ਇਹ ਚਾਅ ਹੈ ਨਾ, ਸਾਰਿਆਂ ਦਾ ਮਨ ਉਦਾਸ ਹੋ ਜਾਵੇਗਾ, ਸਾਰਿਆਂ ਦੇ ਮਨ ਦੇ ਵਿੱਚ ਉਦਾਸੀ ਆ ਜਾਵੇਗੀ ਜੇਕਰ ਤੁਸੀਂ ਜਨੇਊ ਨੂੰ ਨਹੀਂ ਧਾਰਨ ਕਰਦੇ। ਏਕ ਵਾਰ ਕਰ ਪਾਏ ਜਨੇਊ, ਪੁਨ ਕਰੀਏ ਇੱਛਾ ਉਰਜੇਊ। ਹੁਣ ਸਕੇ ਸੰਬੰਧੀ ਵੀ ਪਾਤਸ਼ਾਹ ਜੀ ਨੂੰ ਇਹੀ ਆਖਦੇ ਨੇ, ਹੇ ਪੁੱਤਰ ਇੱਕ ਵਾਰ ਗਲੇ ਦੇ ਵਿੱਚ ਤਾਂ ਇਹਨੂੰ ਧਾਰਨ ਕਰੋ, ਬਾਕੀ ਜਿਵੇਂ ਤੁਹਾਡੀ ਮਰਜ਼ੀ ਹੋਵੇਗੀ, ਜਿਵੇਂ ਤੁਹਾਡਾ ਦਿਲ ਕਰੇਗਾ, ਬਾਅਦ ਦੇ ਵਿੱਚ ਬੇਸ਼ੱਕ ਇਸ ਨੂੰ ਉਤਾਰ ਦਿਓ। ਤੁਹਾਨੂੰ ਅਸੀਂ ਸਦਾ ਲਈ ਪਹਿਨਣ ਦੇ ਲਈ ਨਹੀਂ ਆਖਦੇ, ਪਰ ਇਸ ਮੌਕੇ ਦੇ ਉੱਤੇ ਘੱਟੋ ਘੱਟ ਤੁਸੀਂ ਇਸ ਜਨੇਊ ਨੂੰ ਧਾਰਨ ਕਰੋ। ਅਸ ਸੁਣ ਕਰ ਗਿਆਤਨ ਕੇ ਬੈਨਾ, ਪੁਨ ਬੋਲੇ ਸ੍ਰੀ ਪੰਕਜ ਨੈਨਾ। ਤੇ ਫਿਰ ਪਾਤਸ਼ਾਹ ਜੀ ਨੇ ਸਾਰੇ ਸਕੇ ਸੰਬੰਧੀਆਂ ਦੇ ਜਿਹੜੇ ਉਹਨਾਂ ਨੂੰ ਜਾਣਦੇ ਸਨ, ਜਿਹੜੇ ਰਿਸ਼ਤੇਦਾਰ ਸਨ, ਜਾਂ ਹੋਰ ਨਗਰ ਦੇ ਲੋਕ ਜਿਹੜੇ ਵਾਰ-ਵਾਰ ਇਹ ਆਖਦੇ ਸਨ ਕਿ ਇੱਕ ਵਾਰ ਜਨੇਊ ਨੂੰ ਧਾਰਨ ਕਰੋ, ਜਦੋਂ ਸਾਰਿਆਂ ਦੇ ਬਚਨ ਪਾਤਸ਼ਾਹ ਜੀ ਨੇ ਸੁਣੇ ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਸ਼੍ਰੀ ਕੰਠ ਦੇ ਵਿੱਚੋਂ ਫਿਰ ਅਗਲਾ ਸ਼ਲੋਕ ਜਿਹੜਾ ਹੈ ਉਚਾਰਨ ਕੀਤਾ। ਅਸੀਂ ਰੋਜ਼ਾਨਾ
ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰਦੇ ਕਰਦੇ ਵੀ ਉਸ ਸ਼ਲੋਕ ਦਾ ਪਾਠ ਸਰਵਣ ਵੀ ਕਰਦੇ ਹਾਂ ਤੇ ਉਸ ਸ਼ਲੋਕ ਨੂੰ ਪੜ੍ਹਦੇ ਵੀ ਹਾਂ। ਤੇ ਫਿਰ ਪਾਤਸ਼ਾਹ ਜੀ ਉਹਨਾਂ ਸਾਰੇ ਸਕੇ ਸੰਬੰਧੀਆਂ ਨੂੰ ਸਮਝਾਉਣਾ ਕਰਦੇ ਨੇ, ਲੱਖ ਚੋਰੀਆਂ ਲੱਖ ਜਾਰੀਆਂ, ਲੱਖ ਕੁੜੀਆਂ ਲੱਖ ਗਾਲ, ਲੱਖ ਠੱਗੀਆਂ ਪਹਿਨਾਮੀਆਂ, ਰਾਤ ਦਿਨ ਸਜੀ ਨਾਲ, ਤਗ ਕਪਾਹੋ ਕੱਤੀਐ, ਬਾਹਮਣ ਵੱਟੇ ਆਏ, ਕੋਹੇ ਬੱਕਰਾ ਦਿਨ ਖਾਇਆ, ਸਭ ਕੋ ਆਖੈ ਪਾਏ, ਹੋਏ ਪੁਰਾਣਾ ਸੁੱਟੀਐ, ਪੀ ਫਿਰ ਪਾਈਐ ਹੋਰ, ਨਾਨਕ ਤਗ ਨ ਟੁੱਟਈ, ਜੇ ਤਗ ਹੋਵੇ ਜੋਰ। ਤੇ ਪਾਤਸ਼ਾਹ ਜੀ ਸਮਝਾਉਣਾ ਕਰਦੇ ਨੇ ਉਹਨਾਂ ਲੋਕਾਂ ਨੂੰ ਜਿਹੜੇ ਉਹਨਾਂ ਦੇ ਵਾਰ-ਵਾਰ ਇਹ ਆਖਦੇ ਨੇ ਵੀ ਤੁਸੀਂ ਜਨੇਊ ਧਾਰਨ ਕਰੋ। ਪਾਤਸ਼ਾਹ ਜੀ ਕਹਿੰਦੇ ਵੀ ਮਨੁੱਖ ਧਰਮ ਵਾਲਾ ਲਿਬਾਸ ਪਹਿਨ ਕੇ ਲੱਖਾਂ ਤਰੀਕੇ ਦੀਆਂ ਚੋਰੀਆਂ ਕਰਦਾ, ਲੱਖਾਂ ਤਰੀਕੇ ਦੀਆਂ ਯਾਰੀਆਂ, ਲੱਖਾਂ ਤਰ੍ਹਾਂ ਦਾ ਵਿਚਾਰ ਕਰਦਾ ਆਪਣੇ ਜੀਵਨ ਦੇ ਵਿੱਚ, ਤੇ ਲੱਖਾਂ ਹੀ ਝੂਠੇ ਤੇ ਮੰਦੇ ਬਚਨ ਬੋਲਦਾ, ਲੱਖ ਠੱਗੀਆਂ ਪੈਨਾਮੀਆਂ, ਰਾਤ ਦਿਨ ਸਜੀ ਨਾਲ, ਤੇ ਹਰ ਦਿਨ ਰਾਤ ਹਰ ਵੇਲੇ ਠੱਗੀਆਂ ਕਰਦਾ ਆਪਣੇ ਸਾਥ ਦੇ ਜੀਵਾਂ ਦੇ ਨਾਲ, ਪੈਨਾਮੀਆਂ ਹੋਰ ਅਨੇਕਾਂ ਤਰ੍ਹਾਂ ਦੇ ਵੀ ਵਿਚਾਰ ਕਰਦਾ ਹੈ ਜਿੰਨੇ ਵੀ ਉਹਦੇ ਸੰਗੀ ਸਾਥੀ ਨੇ। ਤੇ ਫਿਰ ਪਾਤਸ਼ਾਹ ਜੀ ਆਖਦੇ ਨੇ ਕਿ ਤਗ ਕਪਾਹੋ ਕੱਤੀ ਹੈ, ਬਾਹਮਣ ਵੱਟੇ ਆਏ, ਕਿ ਧਾਗਾ ਰੂੰ ਤੋਂ ਕੱਤਿਆ ਜਾਂਦਾ ਹੈ ਤੇ ਬਾਹਮਣ ਆ ਕੇ, ਬ੍ਰਾਹਮਣ ਜਿਸ ਨੇ ਜਨੇਊ ਪਹਿਨਣ ਦੀ ਰਸਮ ਨੂੰ ਨਿਭਾਉਣਾ ਹੁੰਦਾ ਹੈ, ਤੇ ਉਹ ਫਿਰ ਆ ਕੇ ਕਹਿੰਦੇ ਇਸ ਜਨੇਊ ਨੂੰ, ਇਸ ਕਪਾਹ ਦੇ ਧਾਗੇ ਨੂੰ ਵੱਟ ਕੇ ਤੇ ਫਿਰ ਇਸ ਦਾ ਜਨੇਊ ਤਿਆਰ ਕਰਦਾ। ਕੋਹੇ ਬੱਕਰਾ ਰਿਨ ਖਾਇਆ, ਸਭ ਕੋ ਆਖੈ ਪਾਏ, ਤੇ ਕਹਿੰਦੇ ਬੱਕਰਾ ਵੱਢ ਕੇ ਧਰਿਆ ਜਾਂਦਾ ਤੇ ਸਾਰਿਆਂ ਨੂੰ ਫਿਰ ਖਵਾ ਕੇ ਬਾਅਦ ਦੇ ਵਿੱਚ ਇਹ ਰਸਮ ਅਦਾ ਕੀਤੀ ਜਾਂਦੀ ਵੀ ਭਾਈ ਹੁਣ ਜਨੇਊ ਪਹਿਨਾਇਆ ਜਾਵੇਗਾ, ਤੇ ਆਖ ਦਿੰਦੇ ਨੇ ਕਿ ਇਹ ਜਨੇਊ ਪਾ ਦਿਓ। ਤੇ ਫਿਰ ਪਾਤਸ਼ਾਹ ਜੀ ਕਹਿੰਦੇ ਹੋਏ ਪੁਰਾਣਾ ਸੁੱਟੀ ਹੈ, ਭੀ ਫਿਰ ਫਾਈਏ, ਕਿ ਜਦੋਂ ਫਿਰ ਇਹ ਸੰਸਾਰ ਦੇ ਵਿੱਚ ਜਨੇਊ ਜਿਹੜਾ ਪਹਿਨਿਆ ਸੀ, ਜਦੋਂ ਸਮਾਂ ਬੀਤਦਾ ਇਹ ਪੁਰਾਣਾ ਹੋ ਜਾਂਦਾ, ਮੈਲਾ ਹੋ ਜਾਂਦਾ, ਤਾਂ ਇਸ ਨੂੰ ਉਤਾਰ ਕੇ ਨਵਾਂ ਜਨੇਊ ਧਾਰਨ ਕਰਵਾ ਦਿੱਤਾ ਜਾਂਦਾ। ਪਾਤਸ਼ਾਹ ਜੀ ਕਹਿੰਦੇ ਨਾਨਕ ਤਗ ਨਾ ਟੁੱਟਈ, ਜੇ ਤਗ ਹੋਵੇ ਜੋਰ। ਕਹਿੰਦੇ ਜੇਕਰ ਧਾਗੇ ਵਿੱਚ ਕੋਈ ਆਤਮਿਕ ਸ਼ਕਤੀ ਹੋਵੇ, ਜੇਕਰ ਧਾਗੇ ਦੇ ਵਿੱਚ ਕੋਈ ਤਾਕਤ ਹੋਵੇ, ਤਾਂ ਉਹ ਧਾਗਾ ਕਦੇ ਵੀ ਨਹੀਂ ਟੁੱਟਦਾ। ਵੀ ਜਿਹੜਾ ਧਾਗਾ ਆਪ ਹੀ ਇੰਨੀ ਸਮਰੱਥਾ ਨਹੀਂ ਰੱਖਦਾ ਵੀ ਉਹ ਜੁੜਿਆ ਰਹਿ ਸਕੇ, ਤੇ ਪਾਤਸ਼ਾਹ ਜੀ ਇੱਥੇ ਉਹ ਪੱਖ ਰੱਖਦੇ ਨੇ ਕਿ ਕੀ ਇਸ ਗੱਲ ਦੇ ਵਿੱਚ ਕੀ ਸੰਤੁਸ਼ਟੀ ਹੈ ਵੀ ਉਹ ਧਾਗਾ ਮੇਰੇ ਮਨ ਨੂੰ ਟਿਕਾ ਕੇ ਰੱਖੇਗਾ। ਜਿਹੜਾ ਧਾਗਾ ਆਪ ਹੀ ਸਮੇਂ ਦੇ ਨਾਲ ਨਾਲ ਮੈਲਾ ਹੋ ਗਿਆ, ਸਮੇਂ ਦੇ ਨਾਲ ਨਾਲ ਪੁਰਾਣਾ ਹੋ ਗਿਆ, ਉਹ ਕੀ ਇਸ ਦੇ ਵਿੱਚ ਦੁਹਰਾਏ ਨਹੀਂ ਰਹਿ ਜਾਂਦੀ। ਇਸ ਨੂੰ ਕਿਸ ਤਰ੍ਹਾਂ ਮੰਨਿਆ ਜਾਵੇ ਕਿ ਉਹ ਮੈਲਾ ਹੋਇਆ ਧਾਗਾ ਜਿਹੜਾ ਜੀਵਨ ਦੇ ਵਿੱਚ ਪਹਿਨਣ ਦੇ ਨਾਲ, ਪੁਰਾਣਾ ਹੋਣ ਦੇ ਨਾਲ ਨਾਲ ਗੰਦਾ ਹੋ ਜਾਂਦਾ, ਤੇ ਉਹ ਧਾਗਾ ਮੇਰੇ ਮਨ ਨੂੰ ਕਿਸ ਤਰ੍ਹਾਂ ਪਵਿੱਤਰ ਰੱਖੇਗਾ। ਮੈਨੂੰ ਇਹਨਾਂ ਗੱਲਾਂ ਦਾ ਜਵਾਬ ਦਿਓ। ਇਹ ਪਾਤਸ਼ਾਹ ਜੀ ਇਸ ਕਰਕੇ ਫਿਰ ਉਹਨਾਂ ਨੂੰ ਸਮਝਾਉਣਾ ਕਰਦੇ ਨੇ, ਤੁਸੀਂ ਆਖਦੇ ਹੋ ਕਿ ਇਸ ਦੇ ਨਾਲ ਆਤਮਾ ਪਵਿੱਤਰ ਹੁੰਦੀ ਹੈ, ਤੇ ਪਰ ਇਹ ਤਾਂ ਧਾਗਾ ਆਪ ਮੈਲਾ ਹੋ ਗਿਆ, ਇਸ ਨੇ ਆਤਮਾ ਨੂੰ ਕੀ ਪਵਿੱਤਰ ਕਰਨਾ ਸੀ। ਤੇ ਇਹ ਸਾਰੇ ਵਿਚਾਰ ਪਾਤਸ਼ਾਹ ਜੀ ਫਿਰ ਉਹਨਾਂ ਦੇ ਸਨਮੁਖ ਰੱਖਦੇ ਨੇ। ਚੌਪਈ ਲੋਕਾ ਰੀਤ ਜੋ ਜਗਿਓ ਪਵਿੱਤਾ, ਹੋਤ ਪੁਰਾਤਨ ਟੂਟੇ ਨੀਤਾ। ਕਹਿੰਦੇ ਲੋਕ ਰਿਵਾਜ ਦੇ ਅਨੁਸਾਰ ਜਿਹੜਾ ਜਨੇਊ ਪਹਿਨਾਇਆ ਗਿਆ, ਹੋਤ ਪੁਰਾਤਨ, ਪੁਰਾਣਾ ਹੋ ਗਿਆ। ਜਦੋਂ ਪੁਰਾਣਾ ਹੋ ਜਾਂਦਾ, ਟੂਟੇ ਨੀਤਾ, ਤੇ ਨਿੱਤ ਟੁੱਟਦਾ ਰਹਿੰਦਾ ਵਾਰ-ਵਾਰ। ਪੁਰਾਣਾ ਹੋਣ ਦੇ ਨਾਲ ਨਾਲ ਇਹ ਜਨੇਊ, ਇਹ ਧਾਗਾ ਟੁੱਟਦਾ ਰਹਿੰਦਾ ਹੈ। ਬਹੁਰ ਬਹੁਰ ਸੇ ਅਵਰ ਸੁਪਾਵਾ, ਜਗ ਮਿਥਿਆ ਤਸ ਬਣਿਓ ਬਣਾਵਾ। ਤੇ ਬਾਰ-ਬਾਰ ਕਹਿੰਦੇ ਇਸ ਨੂੰ ਪਹਿਨਿਆ ਜਾਂਦਾ। ਜਿਵੇਂ ਕਹਿੰਦੇ ਇਹ ਸੰਸਾਰ ਝੂਠਾ ਹੈ ਨਾ, ਸੰਸਾਰ ਝੂਠ ਦੀ ਨਿਆਈ ਹੈ, ਤੇ ਇਸੇ ਤਰ੍ਹਾਂ ਕਹਿੰਦੇ ਇਹ ਜਨੇਊ ਵੀ ਜਿਹੜਾ ਹੈ ਝੂਠਾ ਹੀ ਹੈ, ਜਿਹੜਾ ਕਦੇ ਵੀ ਟੁੱਟ ਸਕਦਾ ਹੈ ਤੇ ਕਦੇ ਵੀ ਨਾਸ਼ ਹੋ ਸਕਦਾ। ਜਿਸ ਤਰ੍ਹਾਂ ਸੰਸਾਰ ਸਦਾ ਰਹਿਣ ਵਾਲਾ ਨਹੀਂ, ਸੰਸਾਰ ਵੀ ਇੱਕ ਨਾਸ਼ਵੰਤ ਹੈ, ਇਹ ਸਦਾ ਵਾਸਤੇ ਅਟਲ ਨਹੀਂ, ਇਹ ਸੱਚ ਨਹੀਂ ਹੈ, ਇਹ ਝੂਠ ਹੈ। ਤੇ ਇਸੇ ਤਰ੍ਹਾਂ ਪਾਤਸ਼ਾਹ ਜੀ ਕਹਿੰਦੇ ਇਹ ਜਨੇਊ, ਇਹ ਧਾਗਾ ਵੀ ਝੂਠਾ ਹੈ, ਸੰਸਾਰ ਦੇ ਵਾਂਗ ਇਹ ਵੀ ਟੁੱਟ ਜਾਂਦਾ ਹੈ।
ਜੇਕਰ ਹੋਵੇ ਜੋਰ ਜਨੇਊ, ਮੁਝ ਗਰ ਦੀਜੈ ਭਗਨ ਨਾ ਜੇਊ। ਕਹਿੰਦੇ ਜੇਕਰ ਜਨੇਊ ਦੇ ਵਿੱਚ ਕੋਈ ਤਾਕਤ ਹੈ ਕਿ ਉਹ ਕਦੇ ਵੀ ਨਹੀਂ ਟੁੱਟ ਸਕਦਾ, ਉਹ ਆਤਮਿਕ ਤੌਰ ਦੇ ਉੱਤੇ ਜਨੇਊ ਕਹਿੰਦੇ ਬਲਵਾਨ ਹੈ, ਉਸ ਦੇ ਵਿੱਚ ਸ਼ਕਤੀ ਹੈ, ਸਮਰੱਥਾ ਹੈ ਵੀ ਕਦੇ ਨਹੀਂ ਟੁੱਟੇਗਾ। ਤੇ ਪਾਤਸ਼ਾਹ ਜੀ ਕਹਿੰਦੇ ਮੁਝ ਗਰ ਦੀਜੈ ਭਗਨ ਨਾ ਜੇਊ, ਤੇ ਉਹ ਮੇਰੇ ਗਲੇ ਦੇ ਵਿੱਚ ਪਾ ਦਿਓ ਵੀ ਜਿਹੜਾ ਕਦੇ ਟੁੱਟਣ ਵਾਲਾ ਨਹੀਂ। ਮਨ ਕੁਭਾਸ਼ ਨਾ ਨਾਸੇ ਰਾਸੀ, ਜਿਹ ਤੇ ਪਦ ਪ੍ਰਾਪਤ ਅਬਿਨਾਸ਼ੀ। ਕਹਿੰਦੇ ਵੀ ਮੇਰੇ ਮਨ ਦੀਆਂ ਸਾਰੀਆਂ ਭੈੜੀਆਂ ਵਾਸ਼ਨਾਵਾਂ ਨੂੰ ਜਿਹੜਾ ਖਤਮ ਕਰ ਦੇਵੇ, ਜਿਹੜੇ ਮੇਰੇ ਮਨ ਦੇ ਭੈੜੇ ਬਲਬਲੇ ਨੇ, ਭੈੜੀਆਂ ਵਿਚਾਰਧਾਰਾਵਾਂ ਨੇ, ਉਹਨਾਂ ਦਾ ਨਾਸ਼ ਕਰ ਦੇਵੇ। ਤੇ ਜੇਕਰ ਇਸ ਦੇ ਪਾਉਣ ਦੇ ਨਾਲ ਮੈਂ ਅਮਰ ਹੋ ਜਾਵਾਂ, ਕਦੇ ਮਰਨਾ ਨਹੀਂ, ਤਾਂ ਪਾਤਸ਼ਾਹ ਜੀ ਕਹਿੰਦੇ ਇਹੋ ਜਿਹਾ ਜਨੇਊ ਜੇਕਰ ਹੈ ਤਾਂ ਮੈਨੂੰ ਧਾਰਨ ਕਰਵਾ ਦਿਓ। ਬਚਨ ਸੁਣਨ ਕੀ ਦਿਜ ਹਰ ਦਿਆਲੂ, ਬੜ ਲਾਲਸ ਬੋਲਿਓ ਤਿਹ ਕਾਲੂ। ਜਦੋਂ ਗੁਰੂ ਜੀ ਦੇ ਬਚਨਾਂ ਨੂੰ ਹੋਰ ਸੁਣਨ ਦੀ ਵੱਡੀ ਲਾਲਸਾ ਪੰਡਿਤ ਹਰਦਿਆਲ ਦੇ ਮਨ ਦੇ ਵਿੱਚ ਪੈਦਾ ਹੋ ਗਈ ਨਾ, ਤੇ ਫਿਰ ਪੰਡਿਤ ਹਰਦਿਆਲ ਜੀ ਆਪਣੇ ਰਸਨਾ ਤੋਂ ਬੋਲਦੇ ਨੇ, ਊਚ ਕਰਮ ਤੇ ਗਿਰਾ ਉਬਾਚੀ, ਹਿਰਦੇ ਸ਼ੁੱਧ ਕੋ ਇਹ ਸਭ ਸਾਚੀ। ਤੇ ਫਿਰ ਉਹਨੇ ਉੱਚੇ ਕਰਮ ਕਰਕੇ ਆਪਣੀ ਰਸਨਾ ਤੋਂ ਉਚਾਰਨ ਕੀਤਾ, ਤੇ ਫਿਰ ਆਖਦਾ ਕਿ ਸ਼ੁੱਧ ਹਿਰਦੇ ਦੇ ਵਾਸਤੇ ਇਹ ਸਾਰੀ ਵਿਚਾਰਧਾਰਾ ਜਿਹੜੀ ਹੈ ਸੱਚੀ ਹੈ। ਹਿਰਦਾ ਪਵਿੱਤਰ ਕਰਨ ਵਾਸਤੇ, ਹਿਰਦੇ ਨੂੰ ਜਿਹੜੀ ਸ਼ੁੱਧ ਕਰਦੀ ਹੈ, ਤੁਹਾਡੀ ਸਿਫਤ ਸਲਾਹ ਦੀ ਇਹ ਜਿਹੜੀ ਬਾਣੀ ਹੈ ਨਾ, ਤੁਹਾਡੀ ਵਿਚਾਰਧਾਰਾ ਜਿਹੜੀ ਹੈ, ਪੰਡਿਤ ਹਰਦਿਆਲ ਜੀ ਆਖਦੇ ਨੇ ਕਿ ਇਹ ਸਾਰੀ ਸੱਚੀ ਹੈ। ਤੇ ਫਿਰ ਉਹਨਾਂ ਦੇ ਮਨ ਦੇ ਵਿੱਚ ਹੋਰ ਬਚਨ ਸੁਣਨ ਦੇ ਲਈ, ਬਚਨ ਸਰਵਣ ਕਰਨ ਦੇ ਲਈ ਪੰਡਿਤ ਹਰਦਿਆਲ ਦੇ ਮਨ ਦੇ ਵਿੱਚ ਲਾਲਸਾ ਵੱਧਦੀ ਹੈ। ਜੋ ਜਗ ਕਾਨ ਸਿੰਖਲਾ ਸੰਗਾ, ਵਰਨ ਧਰਮ ਕਰ ਸਕੈ ਨਾ ਪੰਗਾ। ਕਹਿੰਦੇ ਜਿਹੜਾ ਸੰਸਾਰ ਬੇੜੀਆਂ ਦੇ ਨਾਲ ਜਕੜਿਆ ਹੋਇਆ, ਜਿਹੜਾ ਸੰਸਾਰ ਵਰਨ ਧਰਮ ਤੋਂ ਕਦੇ ਵੀ ਮੁਕਤ ਨਹੀਂ ਹੋ ਸਕਦਾ, ਜਿਹੜਾ ਸੰਸਾਰ ਜਾਤ ਪਾਤ ਦੀਆਂ ਬੇੜੀਆਂ ਦੇ ਵਿੱਚ, ਵਿਕਾਰਾਂ ਦੀਆਂ ਬੇੜੀਆਂ ਦੇ ਵਿੱਚ ਬੰਨਿਆ ਹੋਇਆ ਹੈ। ਤੇ ਪਾਤਸ਼ਾਹ ਜੀ ਫਿਰ ਉਹ ਪੰਡਿਤ ਹਰਦਿਆਲ ਆਖਦਾ ਹੈ, ਤੇ ਫਿਰ ਪਾਤਸ਼ਾਹ ਜੀ ਨੂੰ ਆਖਦਾ ਹੈ ਕਿ ਵਰਨ ਧਰਮ ਕਰ ਸਕੇ ਨਾ ਪੰਗਾ। ਤੇ ਵਰਨ ਧਰਮ ਕਦੇ ਵੀ ਇਸ ਨੂੰ ਮੁਕਤ ਨਹੀਂ ਕਰਵਾ ਸਕਦੇ। ਪੁਨ ਨਿਜ ਮਤ ਕੋ ਜਗਿਓ ਪਵਿਤਾ, ਉਚਰੋ ਬਚਨ ਜੋ ਹੋਤ ਪੁਨੀਤਾ। ਤੇ ਫਿਰ ਪੰਡਿਤ ਹਰਦਿਆਲ ਪਾਤਸ਼ਾਹ ਜੀ ਨੂੰ ਆਖਦਾ ਹੈ ਕਿ ਤੁਹਾਡੇ ਮਤ ਦੇ ਅਨੁਸਾਰ, ਤੁਹਾਡੀ ਵਿਚਾਰਧਾਰਾ ਦੇ ਅਨੁਸਾਰ ਇਹੋ ਜਿਹਾ ਕਿਹੜਾ ਜਨੇਊ ਹੈ ਜਿਹੜਾ ਪਾਕ ਹੈ, ਪਵਿੱਤਰ ਹੈ ਤੇ ਕਦੇ ਟੁੱਟਦਾ ਨਹੀਂ, ਜਿਸ ਦੇ ਨਾਲ ਇਹ ਸੰਸਾਰ ਦੀਆਂ ਵੰਡੀਆਂ ਖਤਮ ਹੋ ਜਾਣ, ਸੰਸਾਰ ਇੱਕ ਧਾਗੇ ਦੇ ਵਿੱਚ ਪਰੋਇਆ ਜਾਵੇ, ਸੰਸਾਰ ਦੇ ਵਿੱਚ ਜਿੰਨੇ ਵੀ ਜਾਤ ਪਾਤ ਦੇ ਨਾਲ ਤੇ ਵਿਤਕਰੇ ਹੁੰਦੇ ਨੇ, ਉਹ ਸਾਰੇ ਦੇ ਸਾਰੇ ਵਿਤਕਰੇ ਖਤਮ ਹੋ ਜਾਣ। ਇਹੋ ਜਿਹਾ ਕਿਹੜਾ ਜਨੇਊ ਹੈ ਜਿਸ ਦੇ ਨਾਲ ਸਾਰੇ ਪਵਿੱਤਰ ਹੋ ਜਾਣ, ਸਾਰਿਆਂ ਦੀ ਆਤਮਾ ਜਿਹੜੀ ਹੈ ਪਵਿੱਤਰ ਹੋ ਜਾਵੇ, ਤੇ ਉਹ ਜਨੇਊ ਸਦਾ ਉਹਨਾਂ ਦੇ ਨਾਲ ਰਵੇ। ਤੇ ਪੰਡਿਤ ਹਰਦਿਆਲ ਪਾਤਸ਼ਾਹ ਜੀ ਨੂੰ ਇਹ ਬਚਨ ਉਚਾਰਨ ਕਰਕੇ ਕਹਿੰਦਾ ਹੈ ਕਿ ਮੈਨੂੰ ਸਮਝਾਉਣਾ ਕਰੋ, ਸਾਨੂੰ ਬਚਨ ਉਚਾਰੋ, ਸਾਨੂੰ ਸਮਝਾਉਣਾ ਕਰੋ ਵੀ ਕਿਹੜਾ ਜਨੇਊ ਹੈ ਜਿਹੜਾ ਸੱਚਾ ਹੈ। ਸੁਣੇ ਸਭੇ ਦਿਜ ਬਾਹਜ ਗਿਆਤੀ, ਜੋ ਅਤੂਟ ਰਹਿ ਸਦਾ ਸੰਗਾਤੀ। ਤੇ ਪੰਡਿਤ ਹਰਦਿਆਲ ਪਾਤਸ਼ਾਹ ਜੀ ਨੂੰ ਬੇਨਤੀ ਕਰਦਾ ਕਿ ਤੁਸੀਂ ਆਪਣਾ ਪੱਖ ਰੱਖੋ ਵੀ ਜਨੇਊ ਕਿਹੋ ਜਿਹਾ ਪਹਿਨੀ ਹੈ, ਕਿਉਂਕਿ ਪਾਤਸ਼ਾਹ ਜੀ ਨੇ ਪਹਿਲਾਂ ਤਾਂ ਸਮਝਾਉਣਾ ਕਰ ਦਿੱਤਾ ਸੀ ਨਾ ਕਿ ਗੁਣਾ ਰੂਪੀ ਜਨੇਊ ਧਾਰਨ ਕਰਨਾ ਹੈ। ਪਰ ਫਿਰ ਪਾਤਸ਼ਾਹ ਜੀ ਦੇ ਬਾਅਦ ਵਿੱਚ ਨਾਲ ਵਿਚਾਰ ਚਰਚਾ ਹੁੰਦੀ, ਪਾਤਸ਼ਾਹ ਜੀ ਫਿਰ ਸਮਝਾਉਣਾ ਕਰਦੇ ਨੇ ਵੀ ਜਿਹੜਾ ਜਨੇਊ ਤੁਸੀਂ ਧਾਰਨ ਕਰਵਾਉਂਦੇ ਹੋ, ਇਹਦੇ ਨਾਲ ਆਤਮਾ ਪਵਿੱਤਰ ਨਹੀਂ ਹੁੰਦੀ। ਮਨੁੱਖ ਦੇ ਨਾਲ ਨਾਲ ਇਹ ਵੀ ਚੱਲਦਾ ਲੱਗਦਾ, ਜਦੋਂ ਮਨੁੱਖ ਦਾ ਸਰੀਰ ਇਸ ਸੰਸਾਰ ਤੋਂ ਕੂਚ ਕਰਦਾ ਹੈ, ਸਰੀਰ ਨੂੰ ਸਾਂਭਿਆ ਜਾਂਦਾ, ਤਾਂ ਇਹ ਵੀ ਉੱਥੇ ਟੁੱਟ ਕੇ ਰਾਖ ਹੋ ਜਾਂਦਾ। ਤੇ ਫਿਰ ਹੁਣ ਅਗਲਾ ਪੱਖ ਪੰਡਿਤ ਹਰਦਿਆਲ ਪਾਤਸ਼ਾਹ ਜੀ ਨੂੰ ਬੇਨਤੀ ਕਰਦਾ ਵੀ ਇਹ ਸਾਰੇ ਖੱਤਰੀ ਜਿਹੜੇ ਬ੍ਰਾਹਮਣ ਨੇ,
ਇਸ ਸੰਬੰਧੀ ਸੁਣਨਾ ਚਾਹੁੰਦੇ ਨੇ ਵੀ ਅਜਿਹਾ ਕਿਹੜਾ ਜਨੇਊ ਹੈ ਜਿਹੜਾ ਕਦੀ ਨਹੀਂ ਟੁੱਟਦਾ ਤੇ ਸਦਾ ਮਨੁੱਖ ਦੇ ਨਾਲ ਰਹਿੰਦਾ ਹੈ, ਮਰਨ ਤੋਂ ਬਾਅਦ ਵੀ ਮਨੁੱਖ ਦਾ ਸਾਥ ਦਿੰਦਾ ਹੈ। ਸੁਣਤ ਸ਼੍ਰੋਣ ਅਰਬਿੰਦ ਬਿਲੋਚਨ, ਬੋਲੇ ਬਾਣੀ ਬੰਦ ਵਿਮੋਚਨ। ਤੇ ਆਪਣੇ ਕੰਨਾਂ ਦੇ ਨਾਲ ਜਦੋਂ ਪਾਤਸ਼ਾਹ ਜੀ ਨੇ ਇਹ ਸਾਰੇ ਸ਼ਬਦ ਸੁਣੇ, ਕਮਲ ਅੱਖਾਂ ਵਾਲੇ, ਬੰਧਨਾਂ ਦਾ ਨਾਸ਼ ਕਰਨ ਵਾਲੇ, ਕਹਿੰਦੇ ਬੋਲੇ ਬਾਣੀ ਬੰਦ ਵਿਮੋਚਨ, ਦੁੱਖਾਂ ਦਾ ਨਾਸ਼ ਕਰਨ ਵਾਲੇ, ਸੁੱਖਾਂ ਦਾ ਘਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਫਿਰ ਆਪਣੇ ਮੁਖਾਰ ਬਿੰਦ ਤੋਂ ਬਚਨ ਉਚਾਰਨ ਕੀਤੇ। ਨਾਏ ਮੰਨਿਆ ਪਤਿ ਉਪਜੈ, ਸਾਲਾਹੀ ਸਚ ਸੂਤ, ਦਰਗਾਹ ਅੰਦਰ ਪਾਈਐ, ਤਕ ਨਾ ਟੂਟ ਸਪੂਤ। ਤੇ ਫਿਰ ਪਾਤਸ਼ਾਹ ਜੀ ਉਹਨਾਂ ਨੂੰ ਸਮਝਾਉਣਾ ਕਰਦੇ ਨੇ, ਨਾਏ ਮੰਨਿਆ ਪਤਿ ਉਪਜੈ, ਸਾਲਾਹੀ ਸਚ ਸੂਤ, ਵੀ ਹੇ ਭਾਈ, ਨਾਮ ਤੇ ਭਰੋਸਾ ਲਿਆਉਣਾ ਨਾਲ ਜੀਵਨ ਦੇ ਵਿੱਚ ਉਸ ਪ੍ਰਭੂ ਪਰਮਾਤਮਾ ਦੇ ਨਾਮ ਤੇ ਭਰੋਸਾ ਧਾਰਨ ਦੇ ਨਾਲ ਮਨੁੱਖ ਦੇ ਜੀਵਨ ਦੇ ਵਿੱਚ ਉਸ ਨੂੰ ਇੱਜ਼ਤ ਪ੍ਰਾਪਤ ਹੁੰਦੀ ਹੈ, ਉਸ ਨੂੰ ਇੱਜ਼ਤ ਉਤਪੰਨ ਹੁੰਦੀ ਹੈ। ਤੇ ਸੁਆਮੀ ਦੀ ਸਿਫਤ ਸਲਾਹ ਹੀ ਕਹਿੰਦੇ ਅਸਲ ਦੇ ਵਿੱਚ ਸੱਚਾ ਜਨੇਊ ਹੈ। ਪਰਮਾਤਮਾ ਦੀ ਸਿਫਤ ਸਲਾਹ ਕਰਨੀ, ਪਰਮਾਤਮਾ ਦੇ ਗੁਣਾਂ ਨੂੰ ਧਾਰਨ ਕਰਨਾ, ਪਰਮਾਤਮਾ ਦੇ ਨਾਲ ਪਰਮਾਤਮਾ ਦੇ ਨਾਮ ਦੇ ਨਾਲ ਆਪਣੇ ਚਿੱਤ ਨੂੰ ਜੋੜੀ ਰੱਖਣਾ, ਪਾਤਸ਼ਾਹ ਜੀ ਕਹਿੰਦੇ ਇਹੀ ਸੱਚਾ ਜਨੇਊ ਹੈ। ਦਰਗਾਹ ਅੰਦਰ ਪਾਈਐ, ਤਗ ਨਾ ਟੂਟ ਸਪੂਤ। ਤੇ ਕਹਿੰਦੇ ਇਹੋ ਜਿਹਾ ਪਵਿੱਤਰ ਜਿਹੜਾ ਜਨੇਊ ਹੈ ਨਾ, ਪ੍ਰਭੂ ਦੇ ਦਰਬਾਰ ਦੇ ਵਿੱਚ ਪਹਿਨਿਆ ਜਾਂਦਾ ਤੇ ਕਹਿੰਦੇ ਇਹ ਕਦੇ ਵੀ ਟੁੱਟਦਾ ਨਹੀਂ। ਇਹ ਗੁਣਾ ਰੂਪੀ ਜਨੇਊ ਕਦੇ ਵੀ ਟੁੱਟਦਾ ਨਹੀਂ। ਅੱਜ ਵੀ ਸੰਸਾਰ ਦੇ ਵਿੱਚ ਇਹੋ ਜਿਹੇ ਅਨੇਕਾਂ ਲੋਕ ਨੇ ਜਿਹੜੇ ਇਸ ਸੰਸਾਰ ਦੇ ਵਿੱਚੋਂ ਕੂਚ ਕਰ ਗਏ ਨੇ, ਸੰਸਾਰ ਦੇ ਵਿੱਚ ਨਹੀਂ ਰਹੇ, ਪਰ ਚੰਗੇ ਗੁਣਾਂ ਦੇ ਕਾਰਨ ਹਮੇਸ਼ਾ ਹੀ ਸਾਡੀ ਸੁਰਤ ਦੇ ਵਿੱਚ, ਸਮਾਜ ਦੇ ਲੋਕਾਂ ਦੇ ਚੇਤੇ ਦੇ ਵਿੱਚ ਰਹਿੰਦੇ ਨੇ। ਕਿਉਂ? ਕਿਉਂਕਿ ਉਹਨਾਂ ਨੇ ਚੰਗੇ ਗੁਣਾਂ ਦੇ ਭਰਿਆ ਜੀਵਨ ਬਤੀਤ ਕੀਤਾ ਸੀ। ਇਸੇ ਤਰ੍ਹਾਂ ਪਾਤਸ਼ਾਹ ਜੀ ਕਹਿੰਦੇ ਨੇ ਕਿ ਚੰਗੇ ਗੁਣਾਂ ਨੂੰ ਧਾਰਨ ਕਰਨਾ ਅਸਲ ਦੇ ਵਿੱਚ ਸੱਚਾ ਜਨੇਊ ਹੈ। ਇਹ ਕਦੇ ਵੀ ਟੁੱਟਦਾ ਨਹੀਂ, ਇਹ ਹਮੇਸ਼ਾ ਹੀ ਮਨੁੱਖ ਦੀ ਆਤਮਾ ਦੇ ਨਾਲ ਹੀ ਰਹਿੰਦਾ ਹੈ। ਚੌਪਈ ਜਿਨ ਅਸ ਪਾਇਓ ਜਗਿਓ ਪਵਿੱਤਾ, ਸੋ ਸਭ ਥਾਨ ਵਿਖੈ ਨਿਰਪੀਤਾ। ਕਹਿੰਦੇ ਜਿਨ੍ਹਾਂ ਨੇ ਵੀ ਇਹੋ ਜਿਹਾ ਗੁਣਾ ਰੂਪੀ ਜਨੇਊ ਧਾਰਨ ਕੀਤਾ, ਪਰਮਾਤਮਾ ਦੇ ਨਾਮ ਨੂੰ ਆਪਣੀ ਸੁਰਤ ਦੇ ਵਿੱਚ ਪੱਕਾ ਕੀਤਾ ਹੈ ਤੇ ਆਪਣੀ ਸੁਰਤ ਦੇ ਵਿੱਚ ਇਹੋ ਜਿਹਾ ਜਨੇਊ ਨੂੰ ਪੱਕਾ ਕੀਤਾ ਹੈ, ਤੇ ਫਿਰ ਕਹਿੰਦੇ ਨੇ ਸੋ ਸਭ ਥਾਨ ਵਿਖੈ ਨਿਰਪੀਤਾ, ਕਿ ਜਿਸੇ ਤਰ੍ਹਾਂ ਪਰਮਾਤਮਾ ਦਾ ਗੁਣ ਹੈ ਕਿ ਨਿਰਭਉ ਹੈ, ਉਸ ਨੂੰ ਕਿਸੇ ਦਾ ਵੀ ਡਰ ਨਹੀਂ ਰਹਿੰਦਾ। ਤੇ ਇਸੇ ਤਰ੍ਹਾਂ ਕਹਿੰਦੇ ਵੀ ਉਹ ਮਨੁੱਖ ਵੀ ਜਦੋਂ ਪਰਮਾਤਮਾ ਦੇ ਗੁਣਾਂ ਨੂੰ ਧਾਰਨ ਕਰਦੇ ਨੇ, ਉਹ ਸਭ ਥਾਵਾਂ ਦੇ ਉੱਤੇ, ਹਰ ਥਾਂ ਦੇ ਉੱਤੇ ਨਿਰਭੈ ਹੋ ਕੇ ਆਪਣਾ ਜੀਵਨ ਬਤੀਤ ਕਰਦੇ ਨੇ। ਜਹਾਂ ਜਾਏ ਤਹ ਆਦਰ ਪਾਵਾਂ, ਸਭ ਸ਼ੋਭਾ ਸੰਯੁਤ ਜਸ ਛਾਵਾਂ। ਕਹਿੰਦੇ ਜਿੱਥੇ ਕਿਤੇ ਵੀ ਉਹ ਮਨੁੱਖ ਜਾਂਦੇ ਨੇ, ਨਿਰਭੈ ਹੋ ਕੇ ਆਪਣਾ ਪੱਖ ਰੱਖਦੇ ਨੇ, ਪਰਮਾਤਮਾ ਦੇ ਗੁਣਾਂ ਦੀ ਆਪਣੇ ਜੀਵਨ ਦੇ ਵਿੱਚ ਵਰਤੋਂ ਕਰਦੇ ਨੇ, ਤੇ ਜਿੱਥੇ ਕਿਤੇ ਵੀ ਜਾਂਦੇ ਨੇ ਉਹ ਮਨੁੱਖ ਆਦਰ ਪਾਉਂਦੇ ਨੇ, ਸਤਿਕਾਰ ਪਾਉਂਦੇ ਨੇ, ਤੇ ਸਭ ਸ਼ੋਭਾ ਸਮੇਤ ਕਹਿੰਦੇ ਉਹਨਾਂ ਦਾ ਜਸ ਗਾਉਂਦੇ ਨੇ। ਫਿਰ ਉਹਨਾਂ ਦੀ ਜੈ ਜੈਕਾਰ ਹੁੰਦੀ, ਸਾਰੇ ਜਗਤ ਦੇ ਵਿੱਚ ਉਹਨਾਂ ਦੀ ਸ਼ੋਭਾ ਹੁੰਦੀ, ਜਿਹੜੇ ਪਰਮਾਤਮਾ ਦੇ ਨਾਮ ਨੂੰ ਜੀਵਨ ਦੇ ਵਿੱਚ ਧਾਰਨ ਕਰਦੇ ਨੇ। ਚੌਪਈ ਭਗਨ ਨਾ ਹੋਏ ਸੰਗ ਰਹਿ ਸੋ, ਭਾਜ ਗਏ ਤੇ ਪਹਿਰੇ ਕੋ। ਤੇ ਪਾਤਸ਼ਾਹ ਜੀ ਕਹਿੰਦੇ ਕਿ ਇਹੋ ਜਿਹਾ ਜਨੇਊ ਕਦੇ ਵੀ ਟੁੱਟਦਾ ਨਹੀਂ, ਸਦਾ ਸਾਥ ਰਹਿੰਦਾ ਹੈ। ਜਿਹਨੇ ਪਰਮਾਤਮਾ ਦੇ ਨਾਮ ਨੂੰ ਆਪਣੇ ਜੀਵਨ ਦੇ ਵਿੱਚ ਪੱਕਾ ਕੀਤਾ ਹੈ ਨਾ, ਉਹ ਮਨੁੱਖ ਦੇ ਨਾਲ ਹੀ ਰਹੇਗਾ। ਪਰਮਾਤਮਾ ਦਾ ਨਾਮ ਥੋੜਾ ਸਮਝਣ ਦਾ ਯਤਨ ਕਰੀਏ। ਪਰਮਾਤਮਾ ਦੇ ਜਦੋਂ ਨਾਮ ਦੀ ਗੱਲ ਕਰਦੇ ਨਾ, ਮੈਂ ਇੱਕ ਪੱਖ ਆਪ ਜੀ ਦੇ ਨਾਲ ਸਾਂਝਾ ਕਰਨ ਦਾ ਯਤਨ ਕਰਦਾ। ਇਸ ਸੰਸਾਰ ਦੇ ਵਿੱਚ ਇੱਕੋ ਨਾਮ ਦੇ ਅਨੇਕਾਂ ਲੋਕ ਰਹਿੰਦੇ ਨੇ। ਸਾਡੇ ਰਿਸ਼ਤੇਦਾਰਾਂ ਦੇ ਵਿੱਚ, ਪਰਿਵਾਰਾਂ ਦੇ ਵਿੱਚ ਵੀ ਇਹੋ ਜਿਹੇ ਲੋਕ ਹੁੰਦੇ ਨੇ, ਇਹੋ ਜਿਹੇ ਰਿਸ਼ਤੇਦਾਰ ਹੁੰਦੇ ਨੇ ਜਿਨ੍ਹਾਂ ਦਾ ਨਾਮ ਸੇਮ ਹੁੰਦਾ। ਮੰਨ ਲਓ ਇੱਕ ਨਾਮ ਦੇ ਕੋਈ ਰਾਮ ਨਾਮ ਹੈ, ਕਿਸੇ ਦਾ ਨਾਮ ਰਾਮ ਹੈ, ਤੇ ਰਾਮ ਨਾਮ ਦੇ 3-4 ਬੰਦੇ ਇੱਕ ਥਾਂ ਦੇ ਉੱਤੇ ਕੰਮ ਕਰਦੇ ਨੇ।
ਮੰਨ ਲਓ ਇੱਕ ਸਕੂਲ ਦੇ ਵਿੱਚ 3 ਵਿਅਕਤੀ ਕੰਮ ਕਰਦੇ ਨੇ, 3 ਵਿਅਕਤੀ ਉੱਥੇ ਵਿਚਰਦੇ ਨੇ ਤੇ ਉਹਨਾਂ ਦਾ ਨਾਮ ਰਾਮ ਹੈ। ਕੋਈ ਵਿਅਕਤੀ ਉਸ ਨੂੰ ਮਿਲਣ ਆਇਆ, ਉਹਨਾਂ ਤਿੰਨਾਂ ਦੇ ਵਿੱਚੋਂ ਇੱਕ ਨੂੰ, ਤੇ ਆ ਕੇ ਬੇਨਤੀ ਕਰਦਾ ਵੀ ਭਾਈ ਮੈਂ ਰਾਮ ਨੂੰ ਮਿਲਣਾ। ਜਿਹਨੂੰ ਉਸ ਰਾਮ ਨੂੰ ਬੁਲਾਉਣ ਵਾਸਤੇ ਭੇਜਿਆ ਗਿਆ, ਸਭ ਤੋਂ ਪਹਿਲਾਂ ਉਹ ਇੱਕ ਬੱਚੇ ਨੂੰ ਬੁਲਾ ਕੇ ਲੈ ਕੇ ਆਉਂਦਾ ਜਿਹਦਾ ਨਾਮ ਰਾਮ ਹੈ। ਤੇ ਫਿਰ ਆ ਕੇ ਕਹਿੰਦਾ ਭਾਈ ਨਹੀਂ, ਇਹ ਬੱਚੇ ਦਾ ਨਾਮ ਤਾਂ ਰਾਮ ਹੋ ਸਕਦਾ, ਪਰ ਜਿਸ ਰਾਮ ਨੂੰ ਮੈਂ ਮਿਲਣਾ ਚਾਹੁੰਦਾ ਉਹ ਰਾਮ ਨਹੀਂ। ਫਿਰ ਦੁਬਾਰਾ ਉਹ ਜਾਂਦਾ ਕਿਸੇ ਹੋਰ ਡਰਾਈਵਰ ਨੂੰ ਜਾਂ ਕਿਸੇ ਹੋਰ ਸਟਾਫ ਮੈਂਬਰ ਨੂੰ ਬੁਲਾ ਕੇ ਲੈ ਆਂਦਾ, ਤੇ ਪਰ ਉਹ ਕਹਿੰਦਾ ਭਾਈ ਇਹ ਵੀ ਉਹ ਵਿਅਕਤੀ ਨਹੀਂ ਜਿਹਨੂੰ ਮੈਂ ਮਿਲਣਾ ਚਾਹੁੰਦਾ। ਬਾਅਦ ਦੇ ਵਿੱਚ ਜਦੋਂ ਫਿਰ ਉਹ ਵਿਅਕਤੀ ਦੇਖਦਾ ਵੀ 2 ਵਾਰੀ ਇੱਕੋ ਨਾਮ ਦੇ ਵਿਅਕਤੀ ਆ ਗਏ, ਪਰ ਇਹ ਉਹ ਵਿਅਕਤੀ ਨਹੀਂ ਜਿਨ੍ਹਾਂ ਨੂੰ ਮੈਂ ਮਿਲਣ ਆਇਆ ਸੀ। ਫਿਰ ਉਸ ਨੇ ਉਹਨਾਂ ਦਾ ਗੁਣ ਦੱਸਿਆ ਵੀ ਇੱਥੇ ਰਾਮ ਨਾਮ ਦਾ ਇੱਕ ਅਧਿਆਪਕ ਵੀ ਹੈ ਜਿਹੜਾ ਬੱਚਿਆਂ ਨੂੰ ਪੜ੍ਹਾਉਂਦਾ, ਮੈਂ ਉਹਨੂੰ ਮਿਲਣਾ ਚਾਹੁੰਦਾ। ਨਾਮ ਤਾਂ ਵੱਖੋ ਵੱਖਰੇ ਹੋ ਗਏ, ਪਰ ਉਸ ਬੰਦੇ ਦੇ ਗੁਣ ਦੱਸਦੇ ਨੇ, ਉਸ ਬੰਦੇ ਦਾ ਕੰਮ ਦੱਸਦਾ ਵੀ ਇਹ ਬੰਦਾ ਕਿਹੋ ਜਿਹਾ ਹੈ। ਨਾਮ ਕਿਸੇ ਦਾ ਵੀ ਇੱਕੋ ਜਿਹਾ ਹੋ ਸਕਦਾ, ਪਰ ਮਨੁੱਖ ਦੇ ਕੰਮ, ਮਨੁੱਖ ਦੇ ਗੁਣ ਵੱਖੋ ਵੱਖਰੇ ਹੁੰਦੇ ਨੇ। ਹੁਣ ਜੇਕਰ ਪਰਮਾਤਮਾ ਦੇ ਨਾਮ ਦੀ ਗੱਲ ਕਰ ਲਈਏ, ਪਰਮਾਤਮਾ ਦਾ ਨਾਮ ਅਸੀਂ ਆਖ ਦਿੰਦੇ, ਵਾਹਿਗੁਰੂ ਵੀ ਕਹਿ ਦਿੰਦੇ, ਅੱਲਾ ਵੀ ਕਹਿ ਦਿੰਦੇ, ਰਾਮ ਕਹਿ ਦਿੰਦੇ, ਪਰ ਇਹਨਾਂ ਸਾਰੀਆਂ ਸ਼ਬਦਾਂ ਦੇ ਮਗਰ ਜਿਹੜਾ ਵਿਚਾਰ ਹੈ ਉਸ ਨੂੰ ਸਮਝਣਾ ਪਵੇਗਾ। ਹੁਣ ਆਮ ਤੌਰ ਦੇ ਉੱਤੇ ਅਸੀਂ ਬੱਸਾਂ ਦੇ ਉੱਤੇ ਵੀ ਸਫ਼ਰ ਕਰਦੇ ਹਾਂ, ਪਲੇਨ ਦੇ ਵਿੱਚ ਵੀ ਸਫ਼ਰ ਕਰਦੇ ਹਾਂ। ਹੁਣ ਬੱਸ ਇਕੱਲੀ ਇਹ ਤਾਂ ਨਹੀਂ ਵੀ ਜਿਹੜਾ ਡਰਾਈਵਰ ਨੇ ਹੱਥ ਦੇ ਵਿੱਚ ਸਟੀਅਰਿੰਗ ਫੜਿਆ ਉਹ ਸਟੀਅਰਿੰਗ ਹੀ ਬੱਸ ਹੈ, ਜਾਂ ਜਿਸ ਸੀਟਾਂ ਦੇ ਉੱਤੇ ਸਵਾਰੀਆਂ ਬੈਠੀਆਂ ਨੇ ਉਹੀ ਬੱਸ ਹੈ। ਜਦੋਂ ਅਸੀਂ ਬੱਸ ਦੀ ਪਰਿਭਾਸ਼ਾ ਦੇਵਾਂਗੇ, ਬੱਸ ਦੀ ਗੱਲ ਕਰਾਂਗੇ, ਤਾਂ ਸਾਨੂੰ ਕੱਲੀ ਕੱਲੀ ਗੱਲ ਦੱਸਣੀ ਪਵੇਗੀ, ਭਾਈ ਇਸ ਦੇ ਵਿੱਚ ਇੰਜਣ ਵੀ ਹੈ, ਇਹੋ ਜਿਹੀ ਇਸ ਦੀ ਬਣਤਰ ਹੁੰਦੀ, ਇੰਨੇ ਟਾਇਰ ਨੇ, ਇੰਨੀਆਂ ਸਵਾਰੀਆਂ ਇਸ ਦੇ ਵਿੱਚ ਬੈਠ ਸਕਦੀਆਂ ਨੇ, ਤੇ ਤਾਂ ਇਸ ਨੂੰ ਬੱਸ ਕਹਿਲਾਇਆ ਜਾਂਦਾ। ਸ਼ਬਦ ਦਾ 2 ਬਣੇ ਨਾ, ਬੱਬਾ ਤੇ ਸੱਸਾ, ਤੇ ਉਹ ਬੱਸ ਬਣ ਗਿਆ। ਪਰ ਜਿਹੜੇ ਉਸ ਦੇ ਗੁਣ ਨੇ ਉਹ ਵੱਖੋ ਵੱਖਰੇ ਨੇ, ਉਸ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਉਹ ਵੱਖੋ ਵੱਖਰੀਆਂ ਨੇ। ਪਰਮਾਤਮਾ ਦਾ ਨਾਮ ਰਾਮ ਗੁਰਬਾਣੀ ਦੇ ਵਿੱਚ ਅਯੋਧਿਆ ਦੇ ਰਾਜੇ ਦੇ ਲਈ ਵੀ ਵਰਤਿਆ ਗਿਆ, ਸ਼੍ਰੀ ਰਾਮਚੰਦਰ ਲਈ ਵੀ ਵਰਤਿਆ ਗਿਆ, ਪਰ ਰਾਮ ਸ਼ਬਦ ਉਸ ਪਰਮਾਤਮਾ ਦੇ ਲਈ ਵੀ ਵਰਤਿਆ ਗਿਆ ਜਿਹੜਾ ਹਰ ਥਾਂ ਦੇ ਉੱਤੇ ਰਮਿਆ ਹੋਇਆ। ਰਾਮ ਦਾ ਭਾਵ ਹੁੰਦਾ ਜਿਹੜਾ ਹਰ ਥਾਂ ਦੇ ਉੱਤੇ ਰਮਿਆ ਹੋਇਆ, ਹਰ ਥਾਂ ਦੇ ਉੱਤੇ ਵਿਆਪਕ ਹੈ। ਤੇ ਇਸੇ ਤਰ੍ਹਾਂ ਪਾਤਸ਼ਾਹ ਜੀ ਫਿਰ ਉਸ ਗੁਰਬਾਣੀ ਦੇ ਪੱਖ ਰਾਹੀਂ ਵੀ ਸਮਝਾਉਣਾ ਕਰਦੇ ਨੇ ਵੀ ਮਨੁੱਖ ਦਾ ਪਰਮਾਤਮਾ ਦਾ ਨਾਮ ਜਾਂ ਕਿਸੇ ਦੀ ਨਾਮ ਦੀ ਆਰਾਧਨਾ ਕਰਨ ਦੇ ਵਿੱਚ ਵੀ ਭੇਦ ਹੋ ਸਕਦਾ। ਇਹ ਮਨੁੱਖ ਦੇ ਉਸ ਦੇ ਮੰਨਣ ਦੇ ਅਨੁਸਾਰ ਹੋ ਸਕਦਾ ਕਿ ਅਯੋਧਿਆ ਦੇ ਰਾਮਚੰਦਰ ਜੀ ਦੀ ਪੂਜਾ ਕਰ ਰਿਹਾ ਜਾਂ ਉਸ ਪਰਮਾਤਮਾ ਨੂੰ ਚੇਤੇ ਕਰ ਰਿਹਾ ਜਿਹੜਾ ਹਰ ਥਾਂ ਦੇ ਉੱਤੇ ਰਮਿਆ ਹੋਇਆ। ਇਸੇ ਤਰ੍ਹਾਂ ਫਿਰ ਇੱਥੇ ਸਮਝਾਉਣਾ ਕਰਦੇ ਨੇ ਕਿ ਜਿਹੜੇ ਪਰਮਾਤਮਾ ਦਾ ਨਾਮ ਹੈ ਨਾ, ਗੁਣਾ ਰੂਪੀ ਨਾਮ ਹੈ, ਜਿਹਨੇ ਆਪਣੇ ਜੀਵਨ ਦੇ ਵਿੱਚ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦਿਆਂ ਕਰਦਿਆਂ ਉਸ ਦੇ ਗੁਣਾਂ ਨੂੰ ਪਹਿਚਾਨਿਆ, ਜਿਸ ਦੀ ਪਾਤਸ਼ਾਹ ਜੀ ਨੇ ਮੂਲ ਮੰਤਰ ਦੇ ਵਿੱਚ ਵੀ ਪਰਿਭਾਸ਼ਾ ਦਿੱਤੀ ਹੈ ਕਿ ਉਹ ਪਰਮਾਤਮਾ ਇੱਕ ਹੈ, ਉਸ ਨੂੰ ਕਿਸੇ ਦਾ ਭਉ ਨਹੀਂ, ਕਿਸੇ ਨਾਲ ਵੈਰ ਵਿਰੋਧ ਨਹੀਂ ਕਰਦਾ, ਹਰ ਥਾਂ ਦੇ ਉੱਤੇ ਵਿਆਪਕ ਹੈ, ਉਸ ਦਾ ਨਾਮ ਸੱਚਾ ਹੈ, ਤੇ ਉਹ ਸਾਰੀ ਸੰਸਾਰ ਦੇ ਵਿੱਚ ਸੰਸਾਰ ਨੂੰ ਪੈਦਾ ਕਰਨ ਵਾਲਾ ਵੀ ਹੈ, ਸੰਸਾਰ ਨੂੰ ਖਤਮ ਕਰਨ ਵਾਲਾ ਵੀ ਹੈ, ਤੇ ਇਸ ਸੰਸਾਰ ਦੇ ਵਿੱਚ ਹੀ ਵਿਆਪਕ ਹੈ। ਤੇ ਇਹ ਪਰਮਾਤਮਾ ਦੇ ਗੁਣਾਂ ਨੂੰ ਜਿਹਨੇ ਆਪਣੇ ਜੀਵਨ ਦੇ ਅੰਦਰ ਧਾਰਨ ਕਰ ਲਿਆ, ਆਪ ਅੰਦਰੋਂ ਤੇ ਬਾਹਰੋਂ ਇੱਕ ਹੋ ਗਿਆ, ਜਿਸ ਦੇ ਜੀਵਨ ਦੇ ਵਿੱਚ ਪਰਮਾਤਮਾ ਦਾ ਨਾਮ ਸੱਚਾ ਉਸ ਦੇ ਜੀਵਨ ਦੇ ਵਿੱਚ ਵਸ ਗਿਆ। ਤੇ ਇਸੇ ਤਰ੍ਹਾਂ ਉਹ ਗੁਣਾਂ ਨੂੰ ਜਦੋਂ ਧਾਰਨ ਕੀਤਾ ਤੇ ਕਹਿੰਦੇ ਇਹ ਗੁਣਾ ਰੂਪੀ ਜਨੇਊ ਕਦੇ ਵੀ ਟੁੱਟਦਾ ਨਹੀਂ। ਇਹ ਗੁਣਾ ਰੂਪੀ ਜਨੇਊ ਪਰਮਾਤਮਾ ਦਾ ਨਾਮ ਮਨੁੱਖ ਦੇ ਜੀਵਨ ਦੇ ਵਿੱਚੋਂ ਕਦੇ ਵੀ ਵਿਛੜਦਾ ਨਹੀਂ। ਤੇ ਇਸੇ ਤਰ੍ਹਾਂ ਕਹਿੰਦੇ ਨੇ ਭਾਗ ਜਗੇ ਤੇ ਪਹਿਰੇ ਕੂ, ਪਰ ਕਹਿੰਦੇ ਜਿਹਦੇ ਭਾਗ ਜਾਗਦੇ ਨੇ, ਜਿਹਦੇ ਕਰਮ ਚੰਗੇ ਹੁੰਦੇ ਨੇ, ਉਹੀ ਮਨੁੱਖੇ ਨਾਮ ਦਾ ਜਨੇਊ ਜਿਹੜਾ ਹੈ ਧਾਰਨ ਕਰਦਾ ਹੈ। ਕਾਮ ਕ੍ਰੋਧ ਮਨ ਕੀਨ ਮਲੀਨਾ, ਸਿਮਰ ਨਾਮ ਕੋ ਜਿਨ ਸੁਚ ਕੀਨਾ। ਤੇ ਇਸੇ ਤਰ੍ਹਾਂ ਕਹਿੰਦੇ ਕਾਮ ਕ੍ਰੋਧ ਇਹੋ ਜਿਹੇ ਵਿਕਾਰਾਂ ਤੋਂ ਮਨ ਨੂੰ ਮੈਲੇ ਕਰਦੇ ਨੇ, ਜਿਹੜੇ ਵਿਕਾਰ ਮਨੁੱਖ ਦੇ ਸੋਚ ਨੂੰ ਮੈਲੇ ਕਰ ਦਿੰਦੇ ਨੇ, ਤਾਂ ਕਹਿੰਦੇ ਨਾਮ ਦਾ ਸਿਮਰਨ ਕਰਨ ਦੇ ਨਾਲ ਉਹ ਮਨੁੱਖ ਦਾ ਮਨ, ਮਨੁੱਖ ਦੀ ਸੋਚ ਪਵਿੱਤਰ ਹੋ ਜਾਂਦੀ। ਹੁਣ ਇਕੱਲਾ ਇਸ ਤਰ੍ਹਾਂ ਨਾ ਸੋਚੀਏ ਵੀ ਅਸੀਂ ਜੇਕਰ ਵਾਹਿਗੁਰੂ ਵਾਹਿਗੁਰੂ ਕਹੀ ਜਾਈਏ ਤੇ ਆਪਣੇ ਜੀਵਨ ਦੇ ਵਿੱਚ ਇਹ ਵਿਕਾਰਾਂ ਨੂੰ ਵੀ ਥਾਂ ਦੇ ਜਾਈਏ, ਕਿਸੇ ਦਾ ਹੱਕ ਵੀ ਮਾਰੀ ਜਾਈਏ। ਤੇ ਉਹੀ ਵਿਚਾਰਧਾਰਾ ਜਿਹੜਾ ਪੱਖ ਮੈਂ ਆਪ ਜੀ ਦੇ ਨਾਲ ਸਾਂਝਾ ਕੀਤਾ, ਪਰਮਾਤਮਾ ਦਾ ਨਾਮ ਭਾਵ ਚੰਗੇ ਗੁਣ,
ਮਨੁੱਖ ਨੇ ਜਦੋਂ ਨਾਮ ਦੀ ਆਰਾਧਨਾ ਕੀਤੀ, ਜੀਵਨ ਦੇ ਵਿੱਚ ਸਬਰ ਆ ਗਿਆ, ਸੰਤੋਖ ਆ ਗਿਆ, ਤਾਂ ਝੂਠ, ਲਾਲਚ ਇਹ ਸਾਰਾ ਕੁਝ ਜਾਂਦਾ ਲੱਗੇਗਾ। ਕਿਸੇ ਟਾਈਮ ਪਰਮਾਤਮਾ ਦਾ ਨਾਮ, ਚੰਗੇ ਗੁਣ ਨਹੀਂ ਸਨ। ਚੰਗੇ ਗੁਣਾਂ ਦੇ ਨਾ ਹੋਣ ਦੇ ਕਾਰਨ ਜੀਵਨ ਦੇ ਵਿੱਚ ਔਗਣ ਸਨ। ਜਦੋਂ ਗੁਣ ਆਏ, ਔਗਣਾਂ ਤੋਂ ਮਨੁੱਖ ਨੇ ਛੁਟਕਾਰਾ ਪਾ ਲਿਆ ਤਾਂ ਉਸ ਦਾ ਜੀਵਨ ਪਵਿੱਤਰ ਹੋ ਗਿਆ, ਉਸ ਦੀ ਸੋਚ ਪਵਿੱਤਰ ਹੋ ਗਈ। ਪਾਤਸ਼ਾਹ ਜੀ ਫਿਰ ਇਹੀ ਸਮਝਾਉਣਾ ਕਰਦੇ ਨੇ ਕਿ ਜਿਹੜੀ ਜੀਵਨ ਦੇ ਵਿੱਚ, ਜਿਹੜੀ ਸੋਚ ਦੇ ਵਿੱਚ ਚੰਗੇ ਗੁਣ ਨੇ, ਚੰਗੀ ਵਿਚਾਰਧਾਰਾ ਹੈ, ਇਹ ਸੱਚਾ ਜਨੇਊ ਹੈ। ਇਸ ਜਨੇਊ ਦੇ ਨਾਲ ਮਨੁੱਖ ਸਦਾ ਵਾਸਤੇ ਅਮਰ ਰਹਿੰਦਾ ਹੈ ਤੇ ਮਨੁੱਖ ਦਾ ਜੀਵਨ ਜਿਹੜਾ ਹੈ ਉਹ ਪਵਿੱਤਰ ਹੋ ਜਾਂਦਾ ਹੈ। ਤਿੰਨੇ ਉਚਤ ਇਹ ਜਗਿਓ ਪਵਿੱਤਾ, ਲੋਕ ਕਾਣ ਤੇ ਸੋਭ ਪਰੀਤਾ। ਤੇ ਕਹਿੰਦੇ ਉਹਨਾਂ ਵਾਸਤੇ ਇਹ ਜਨੇਊ ਯੋਗ ਹੈ ਜਿਹੜੇ ਲੋਕ ਇਸ ਚੱਲ ਰਹੀ ਵਿਚਾਰਧਾਰਾ ਦੇ ਉਲਟ ਚੱਲਦੇ ਨੇ, ਜਿਹੜੇ ਇਹ ਪੱਖ ਨੂੰ ਸਮਝਦੇ ਨੇ ਨਾ, ਜਿਨ੍ਹਾਂ ਨੇ ਜੀਵਨ ਦੇ ਵਿੱਚ ਇਕੱਲਾ ਇੰਨਾ ਹੀ ਸਮਝਿਆ ਸੀ ਵੀ ਕੇਵਲ ਬਾਹਰੀ ਲਿਬਾਸ ਧਾਰਮਿਕ ਹੋਣ ਦੇ ਨਾਲ ਮਨੁੱਖ ਦੀ ਸੋਚ ਵੀ ਚੰਗੀ ਹੋ ਜਾਵੇਗੀ। ਪਾਤਸ਼ਾਹ ਜੀ ਕਹਿੰਦੇ ਜਦੋਂ ਤੱਕ ਮਨੁੱਖ ਦੀ ਸੋਚ ਪਵਿੱਤਰ ਨਹੀਂ ਹੁੰਦੀ, ਉਦੋਂ ਤੱਕ ਇਹ ਬਾਹਰੀ ਧਾਰਮਿਕ ਚਿੰਨ੍ਹ ਪਹਿਨੇ ਵੀ ਕਿਸੇ ਕਾਰਜ ਦੇ ਨਹੀਂ। ਸੁਨ ਹਰਦਿਆਲ ਸੋ ਆਸਿ ਉਪਦੇਸ਼ਾ, ਹਿਰਦੇ ਧਾਰ ਲਿਜ ਲਖ ਸਗਦੇਸ਼ਾ। ਗੁਰੂ ਜੀ ਦੇ ਜਦੋਂ ਇਹ ਉਪਦੇਸ਼ ਪੰਡਿਤ ਹਰਦਿਆਲ ਜੀ ਨੇ ਸੁਣੇ ਤੇ ਗੁਰੂ ਜੀ ਵੱਲ ਵੇਖ ਕੇ ਹਿਰਦੇ ਦੇ ਵਿੱਚ ਉਹਨੇ ਆਪਣੇ ਮਨ ਦੇ ਵਿੱਚ ਸ਼ਰਧਾ ਧਾਰਨ ਕੀਤੀ ਹੈ। ਆਪਣੇ ਮਨ ਦੇ ਵਿੱਚ, ਉਸ ਦੇ ਪੰਡਿਤ ਹਰਦਿਆਲ ਦੇ ਮਨ ਦੇ ਵਿੱਚ ਹੋਰ ਪਾਤਸ਼ਾਹ ਜੀ ਦੇ ਪ੍ਰਤੀ ਸਤਿਕਾਰ ਜਿਹੜਾ ਹੈ ਉਸਨੇ ਧਾਰਨ ਕੀਤਾ ਹੈ। ਇੱਥੋਂ ਤੱਕ ਦੇ ਵਿਚਾਰ ਅਸੀਂ ਹੁਣ ਤੱਕ ਸਰਵਣ ਕਰ ਚੁੱਕੇ ਹਾਂ। ਕੱਲ ਦੇ ਦੀਵਾਨਾਂ ਦੇ ਵਿੱਚ ਅਸੀਂ ਦੇਖਾਂਗੇ ਕਿ ਕਿਸ ਤਰ੍ਹਾਂ ਪੰਡਿਤ ਹਰਦਿਆਲ ਪਾਤਸ਼ਾਹ ਜੀ ਦੀ ਸ਼ੋਭਾ ਕਰਦਾ, ਜੋ ਉਸਦੇ ਮਨ ਦੇ ਵਿੱਚ ਉਸਨੇ ਕੀ ਧਾਰਨ ਕੀਤਾ ਪਾਤਸ਼ਾਹ ਜੀ ਦੇ ਪ੍ਰਤੀ। ਬਾਕੀ ਦੇ ਵਿਚਾਰ ਅਸੀਂ ਅਗਲੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਵਿਚਾਰਾ ਕਰਦਿਆਂ ਭੁੱਲਾਂ ਚੁੱਕਾ ਹੋ ਜਾਣੀਆਂ ਸੁਭਾਵਿਕ ਨੇ, ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ। ਬਖਸ਼ਦਿਆਂ ਹੋਇਆ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।